कॉन्फ्रेंस कर रहा है। उस प्रैस ते ਜਿਹੜੇ ਉਹਦੇ ਗੱਲਾਂ ਸਨ ਉਹਨਾਂ ਦਾ ਜਵਾਬ ਦੇਣਾ ਬੜਾ ਜ਼ਰੂਰੀ ਸੀ। ਇਸ ਕਰਕੇ ਤੁਹਾਨੂੰ ਅੱਜ ਸ਼ਾਰਟ ਟਾਈਮ 'ਤੇ ਤਕਲੀਫ ਦਿੱਤੀ ਹੈਗੀ। ਪਹਿਲਾ ਉਸਦਾ ਕਹਿਣਾ ਸੀ ਜੀ ਭਾਈ ਪਿਛਲੀ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ, ਅਸੀਂ ਬੜੇ ਕੰਮ ਕੀਤੇ ਨੇ, ਅਸੀਂ ਇਤਨੇ ਕੰਮ ਕੀਤੇ ਨੇ ਬਈ ਸੰਗਤ ਜਿਹੜੀ ਹੈ ਉਹ ਬੜੀ ਖੁਸ਼ ਹੈਗੀ ਸਾਡੇ ਤੋਂ। ਮੈਂ ਇਸ ਦਾ ਇੱਕੋ ਗੱਲ ਪੁੱਛਣਾ ਚਾਹੁੰਦਾ ਵੀ ਅਸੀਂ ਆਪਣੇ ਟੈਨਿਓਰ ਦੇ ਵਿੱਚ 550 ਬੈੱਡ ਦੇ ਹਸਪਤਾਲ ਜਿਹੜੀ ਸੀ ਕੰਸਟਰਕਸ਼ਨ ਉਹ ਕਰਵਾ ਦਿੱਤੀ, ਕਮਰੇ ਬਣ ਗਏ। ਸਿਰਫ ਉਹਨਾਂ ਦੀ ਰੈਨੋਵੇਸ਼ਨ ਅਤੇ ਮਸ਼ੀਨਰੀ ਆਉਣੀ ਸੀ, ਜਿਹਦਾ ਕਿ ਸਾਡਾ BL ਕਪੂਰ ਦੇ ਨਾਲ ਐਗਰੀਮੈਂਟ ਹੋਇਆ ਔਰ ਉਸ ਐਗਰੀਮੈਂਟ ਦੇ ਮੁਤਾਬਕ ਇਸ ਵਕਤ ਤੱਕ ਹਸਪਤਾਲ ਜਿਹੜਾ ਸੀ ਉਹ ਰਨਿੰਗ ਕੰਡੀਸ਼ਨ ਵਿੱਚ ਹੋਣਾ ਸੀ। ਔਰ ਅੱਜ ਤੋਂ ਇਹ ਸਮਝ ਲਓ ਵੀ ਤਕਰੀਬਨ 4-5 ਸਾਲ ਤੋਂ ਪਹਿਲੇ ਇਹ ਜੇ ਹਸਪਤਾਲ ਰਨਿੰਗ ਕੰਡੀਸ਼ਨ 'ਚ ਹੁੰਦਾ ਤਾਂ ਕਿਤਨੇ ਕੁ ਪੈਸੇ ਆਣੇ ਸਨ। ਸਾਨੂੰ ਤਕਰੀਬਨ 27-28 ਕਰੋੜ ਰੁਪਏ ਸਾਲਾਨਾ ਆਮਦਨ ਹੋਣੀ ਸੀ ਦਿੱਲੀ ਗੁਰਦੁਆਰਾ ਕਮੇਟੀ ਨੂੰ। ਇਸ ਤੋਂ ਇਲਾਵਾ ਹਜ਼ਾਰਾਂ ਬੰਦਿਆਂ ਦੇ, ਗਰੀਬ ਸਿੱਖਾਂ ਦੇ ਇਲਾਜ ਵੀ ਹੋਣੇ ਸਨ। ਇਹ ਸਾਰੀਆਂ ਚੀਜ਼ਾਂ 8 ਸਾਲ ਬੀਤਣ ਤੋਂ ਬਾਅਦ ਉਹ ਹਸਪਤਾਲ ਕਿੱਥੇ ਗਿਆ ਕਿ ਇਹੀ ਤੁਸੀਂ ਦੇਣ ਦਿੱਤੀ ਹੈ ਦਿੱਲੀ ਦੇ ਸਿੱਖਾਂ ਨੂੰ? ਤੁਹਾਨੂੰ ਕੋਈ ਸ਼ਰਮ ਵੀ ਨਹੀਂ ਆਉਂਦੀ? ਬਿਲਕੁਲ ਥੋੜ੍ਹਾ ਜਿਹਾ ਪਾਣੀ ਦਾ ਕਟੋਰਾ ਰੱਖ ਉਹਦੇ 'ਚ ਆਪਣੀ ਸ਼ਕਲ ਵੇਖੋ, ਕੁਛ ਤੁਹਾਨੂੰ ਸ਼ਰਮ ਨਹੀਂ ਆ ਰਹੀ ਇਹ ਗੱਲ ਕਰਦਿਆਂ ਵੀ ਕੌਮ ਦਾ ਕਿਤਨਾ ਨੁਕਸਾਨ ਤੁਸੀਂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਤੁਸੀਂ ਸੈਂਕੜੇ ਕਰੋੜ ਰੁਪਇਆ ਜਿਹੜੇ ਨੇ ਉਹ ਖਾ ਗਏ ਹੋ, ਤੁਸੀਂ ਚਟਮ ਕਰ ਗਏ ਹੋ। ਇਤਨੀ ਭਾਰੀ ਬਰਬਾਦੀ ਨੁਕਸਾਨ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ ਸਕੂਲ ਜਿਹੜੇ ਨੇ ਦੇ ਆਰ ਇਨ ਸ਼ੈਂਬਲਸ, ਬੁਰੀ ਹਾਲਤ ਹੈਗੀ ਉਹਨਾਂ ਦੀ। ਕਾਲਜਾਂ ਦੀ ਬੁਰੀ ਹਾਲਤ ਹੈਗੀ। ਕਾਲਜਾਂ ਦੇ ਤੁਸੀਂ ਜਿਹੜਾ ਤੁਹਾਡਾ ਸ਼ੇਅਰ ਹੈਗਾ ਪੈਸੇ ਦਾ ਉਹ ਵੀ ਤੁਸੀਂ ਯੂਨੀਵਰਸਿਟੀ ਨੂੰ ਦੇ ਨਹੀਂ ਪਾ ਰਹੇ। ਕਿਹੜੀ ਗੱਲ ਹੈਗੀ ਜਿਹੜੀ ਇੱਕ ਫਿਰ ਉਹੀ ਗੱਲ ਹੁੰਦੀ ਹੈ, ਫਿਰ ਦੁਬਾਰਾ ਜਦ ਇਹ ਗੱਲਾਂ ਖੁੱਲ੍ਹਦੀਆਂ ਤਾਂ ਗੱਲ ਕਰਨੀ ਪੈਂਦੀ ਹੈਗੀ। ਸਭ ਤੋਂ ਵੱਡੀ ਜਿਹੜੀ ਕੱਲ੍ਹ ਇਹ ਬਾਦਲ ਦਲ ਦਾ ਇੱਕ ਸਭ ਤੋਂ ਕਾਲਾ ਅਧਿਆਇ ਹੈਗਾ, ਇਹ 8 ਸਾਲ ਦੇ ਜਿਹੜੇ ਇਹਨਾਂ ਦਾ ਕਾਰਜਸ਼ੈਲ ਹੈਗੀ। ਇਹ ਕਾਰਜਕਾਲ ਸਭ ਤੋਂ ਕਾਲਾ ਅਧਿਆਇ ਹੈ ਸਿੱਖ ਇਤਿਹਾਸ ਦੇ ਵਿੱਚ। ਔਰ ਇਹਦੇ ਜ਼ਿੰਮੇਵਾਰ ਕੌਣ ਹਨ? ਬਾਦਲ ਦਲ, ਸਮੁੱਚਾ ਬਾਦਲ ਦਲ। ਗੱਲ ਹੈਗੀ ਵੀ ਕੱਲ੍ਹ ਹਰਮੀਤ ਸਿੰਘ ਨੇ ਇਹ ਗੱਲ ਕਹੀ ਹੈਗੀ ਜੀ, ਅਸੀਂ ਘੱਟ ਤੋਂ ਘੱਟ ਮੇਰਾ ਅੰਦਾਜ਼ਾ ਹੈਗਾ ਬਈ 50 ਲੱਖ ਰੁਪਇਆ ਡਿਲਾਈਟ ਕੰਪਨੀ ਜਿਹੜੀ ਹੈਗੀ ਉਹ ਆਡਿਟਿੰਗ ਦਾ ਉਹਨੇ ਜ਼ਰੂਰ ਲਿਆਉਣਾ, ਕਿਉਂਕਿ ਆਮ ਆਡਿਟਿੰਗ ਦੇ 5-5 10-10 ਲੱਖ ਲੈਂਦੇ ਨੇ ਅਤੇ ਇੰਟਰਨੈਸ਼ਨਲ ਫੇਮ ਦੀ ਕੰਪਨੀ ਮੈਂ ਸਮਝਦਾ ਵੀ 50 ਲੱਖ ਤੋਂ ਘੱਟ ਨਹੀਂ ਲਿਆਉਣਾ। ਇਤਨੇ ਪੈਸੇ ਦੇਣ ਤੋਂ ਬਾਅਦ ਉਹ ਰਿਪੋਰਟ ਬਾਹਰ ਕਿਉਂ ਨਹੀਂ ਆਈ? ਬਾਹਰ ਇਸ ਕਰਕੇ ਨਹੀਂ ਆਈ, ਇਟ ਇਜ਼ ਏ ਕਲੀਅਰ ਮੈਸੇਜ ਟੂ ਸੰਗਤ ਬਈ ਉਸ ਰਿਪੋਰਟ ਦੇ ਵਿੱਚ ਪੈਸਾ ਖਾਧਾ ਗਿਆ ਹੈ। ਬਾਦਲ ਦਲ ਦੇ ਥਾਪੇ ਹੋਏ ਪ੍ਰਧਾਨਾਂ ਦਾ ਅਕਸ ਜਿਹੜਾ ਉਹ ਠੀਕ ਨਹੀਂ ਰਿਹਾ। ਬਕੌਲ ਹਰਮੀਤ ਕਾਲਕੇ ਦੇ ਇਹ ਕਹਿੰਦਾ 6 ਸਾਲ ਦਾ ਕਾਲਾ ਅਧਿਆਇ ਸੀ। ਬਈ ਜੇ ਕਾਲਾ ਅਧਿਆਇ ਸੀ ਤੇ ਸਰਸਾ ਉਹਦੇ ਵਿੱਚ ਜਨਰਲ ਸਕੱਤਰ ਸੀ। ਜਨਰਲ ਸਕੱਤਰ ਜਿਹੜਾ ਹੈ ਇਹ ਦਿੱਲੀ ਕਮੇਟੀ ਦਾ ਪਿਵਟ ਹੁੰਦਾ ਹੈ। ਇਹ ਪ੍ਰਧਾਨ ਨਾਲੋਂ ਘੱਟ ਨਹੀਂ ਹੈਗਾ, ਪ੍ਰਧਾਨ ਨਾਲੋਂ ਜ਼ਿਆਦਾ ਪਾਵਰਫੁੱਲ ਹੈ, ਇਹਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਹੈਗੀਆਂ। ਕੋਈ ਪ੍ਰਧਾਨ ਜਾਂ ਕੋਈ ਜਨਰਲ ਸਕੱਤਰ ਇੱਕ ਹੱਥ ਦੇ ਨਾਲ ਕਾਲਾ ਅਧਿਆਇ ਨਹੀਂ ਲਿਖ ਸਕਦਾ। ਕਾਲਾ ਇੱਕ ਲਿਖੇਗਾ ਅਤੇ ਅਧਿਆਇ ਦੂਸਰਾ ਲਿਖੇਗਾ। ਇਹ ਦੋਨੋਂ ਹੱਥ ਇਸ ਚੋਰੀ ਦੇ ਵਿੱਚ ਸ਼ਾਮਲ ਲੈ ਕੇ ਅੱਜ ਸਰਸਾ ਜਿਹੜਾ ਹੈ ਇਹ ਸਾਧੂ ਸੰਤ ਬਣ ਗਿਆ ਬਕੌਲ ਹਰਮੀਤ ਕਾਲਕੇ ਦੇ। ਭਾਈ ਹਿੰਮਤ ਰੱਖੋ। ਅੱਜ ਤੁਹਾਨੂੰ 100 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣਿਆ ਹੋ ਗਏ। ਯਾਦ ਕਰੋ ਬਾਬਾ ਖੜਕ ਸਿੰਘ ਨੂੰ, ਯਾਦ ਕਰੋ ਮਾਸਟਰ ਤਾਰਾ ਸਿੰਘ ਹੋਰਾਂ ਨੂੰ, ਯਾਦ ਕਰੋ ਸੰਤ ਲੌਂਗੋਵਾਲ ਨੂੰ, ਯਾਦ ਕਰੋ। ਮੈਂ ਅੱਜ ਵੀ ਮਾਸਟਰਾਂ ਦੀ ਫੋਟੋ ਦੇਖੀ ਹੈ, ਇੱਕ ਮੰਜੀ 'ਤੇ ਬੈਠੇ ਹੋਏ ਅਤੇ ਥੱਲੋਂ ਵਾਣ ਜਿਹੜਾ ਨਾ ਉਹ ਥੱਲੇ ਲਮਕਦਾ ਪਿਆ ਹੈ। ਉਹਨਾਂ ਕੋਲ ਪੈਸੇ ਨਹੀਂ ਦਰੀ ਵਿਛਾਉਣ ਦੇ ਵੀ। ਇਹ ਜੀ ਲੀਡਰਸ਼ਿਪ ਨੇ ਲੀਡਰੀ ਕੀਤੀ ਹੋਈ ਹੈ। ਅਤੇ ਤੁਸੀਂ ਅੱਜ ਚੋਰੀ ਚਕਾਰੀ ਦੇ ਤੁਹਾਡੇ 'ਤੇ ਇਲਜ਼ਾਮ ਲੱਗੇ ਹੋਏ ਨੇ। ਤੁਸੀਂ ਆਡਿਟ ਰਿਪੋਰਟ ਜਿਹੜੀ ਹੈ ਉਸ ਨੂੰ ਤੁਸੀਂ ਜਨਤਕ ਹੀ ਨਹੀਂ ਕਰ ਰਹੇ।
ਤੁਸੀਂ ਬਿਲਕੁਲ ਉਹਨਾਂ ਦੀਆਂ ਰਿਪੋਰਟਾਂ ਬਾਹਰ, ਨਵੀਂ ਰਿਪੋਰਟ ਕੀ ਕਰੇਗੀ? ਉਹਦਾ ਵੀ ਮਤਲਬ ਤੁਸੀਂ ਪਿਛਲੀ ਇਸ ਕਰਕੇ ਛੁਪਾ ਰਹੇ ਹੋ, ਉਹਦੇ ਵਿੱਚ ਤੁਸੀਂ ਐਕਸਪੋਜ਼ ਹੋ ਚੁੱਕੇ ਹੋ। ਵਰਨਾ ਨਾ ਦਿਖਾਉਣ ਦਾ ਕੀ ਕਾਰਨ ਹੈ? ਤੁਸੀਂ ਤਾਂ ਛੋਟੀ ਛੋਟੀ ਗੱਲ ਦਿਖਾ ਦਿੰਦੇ ਹੋ। ਨਾਲ ਤੁਸੀਂ ਹੈ ਵੀ ਬੜੇ ਧਰਮਾਤਮਾ, ਤੁਸੀਂ ਕੋਈ ਗੱਲ ਛੁਪਾਉਂਦੇ ਵੀ ਕੋਈ ਨਹੀਂ। ਇਹ ਰਿਪੋਰਟ ਕਿਉਂ ਛੁਪਾਈ ਗਈ? ਸਾਰੀ ਸੰਗਤ ਨੂੰ ਅਪੀਲ ਹੈ ਵੀ ਇਹਨਾਂ ਸਾਰਿਆਂ ਨੂੰ ਇਹ ਚਿੱਠੀਆਂ ਲਿਖਣ, ਸਾਰੀ ਸੰਗਤ ਇਸ ਤੋਂ ਮੁਤਾਲਬਾ ਕਰੇ ਬਈ ਸੰਗਤ ਦੇ ਵਿੱਚ ਇਹ ਰਿਪੋਰਟ ਜਿਹੜੀ ਹੈ ਜਨਤਕ ਕਰੋ। ਔਰ ਇਲੈਕਸ਼ਨ ਦੇ ਵਿੱਚ ਇੱਕ ਇਸ਼ੂ ਹੋਏਗਾ ਬਈ ਇਹਨਾਂ ਨੇ ਚੋਰੀਆਂ ਕੀਤੀਆਂ ਨੇ। ਔਰ ਇਹ ਚੋਰੀ ਜਿਹੜੀ ਹੈ, ਦੇਖੋ ਕਿਤਨੀ ਇੱਕ ਅਜੀਬ ਗੱਲ ਹੈ। ਇਹ ਕਹਿੰਦਾ ਜੀ ਅਸੀਂ ਕੋਰਟ ਵਿੱਚ ਪੇਸ਼ ਕਰਾਂਗੇ। ਕੋਰਟ ਵਿੱਚ ਕੋਈ ਮਸਲਾ ਹੀ ਕੋਈ ਨਹੀਂ। ਮੈਂ ਆਡਿਟਿੰਗ ਰਿਪੋਰਟ ਜਿਹੜੀ ਹੈ ਮੈਂ ਕੋਰਟ ਵਿੱਚ ਕਿਉਂ ਪੇਸ਼ ਕਰਾਂਗਾ? ਪਰ ਇਹਨਾਂ ਨੇ ਇਹ ਬਿਲਕੁਲ ਚਿੱਟੇ ਦਿਨ ਜਿਕਣ ਸਾਫ ਹੈ। ਇੱਕ ਇਹ ਵੀ ਇਹ ਦੁੱਧ ਦਾ ਧੋਤਾ ਹੋਇਆ ਨਹੀਂ ਹੈ ਕੱਲ ਕਾ। ਇਹਦੇ ਵੀ ਜਦ ਭਾਜ ਉਗੜਨਗੇ ਤੇ ਇਹ ਆਰਾਮ ਨਾਲ ਨਹੀਂ ਬੈਠੇਗਾ। ਪਤਾ ਨਹੀਂ ਰਾਤ ਸੌਂਦੇ ਕਿਵੇਂ, ਰਾਤ ਸੌਂਦੇ ਕਿਵੇਂ। ਪਰ ਇਹ ਜੇ ਸਮਝਣ ਵੀ ਅਸੀਂ ਪ੍ਰੈਸ ਨੂੰ ਬੁਲਾ ਕੇ ਪ੍ਰੈਸ ਨੂੰ ਦਲੀਲ ਵੀ ਕਰਾਂਗੇ ਤੇ ਨਾਲ ਅਸੀਂ ਧੌਂਸ ਵੀ ਦੇਵਾਂਗੇ ਵੀ ਅਸੀਂ ਨਹੀਂ ਦਿਖਾਉਂਦੇ ਜੀ, ਅਸੀਂ ਨਹੀਂ ਦਿੰਦੇ ਜੀ। ਚਲੋ ਵਕਤ ਆਏਗਾ, ਦਿਖਾਉਣ ਵਾਲੇ ਦਿਖਾਣਗੇ, ਦਿਖਾਉਣ ਵਾਲੇ ਡਿਲਾਈਟ ਰਿਪੋਰਟ ਜ਼ਰੂਰ ਦਿਖਾਣਗੇ। ਸਭ ਤੋਂ ਪਹਿਲਾ ਕੰਮ ਹੋਏਗਾ ਡਿਲਾਈਟ ਰਿਪੋਰਟ ਜਨਤਕ ਕੀਤੀ ਜਾਏਗੀ। ਇਹ ਸਭ ਤੋਂ ਪਹਿਲਾ ਕੰਮ ਹੋਏਗਾ। ਇਹਨਾਂ ਦੀਆਂ ਚੋਰੀਆਂ ਚਕਾਰੀਆਂ ਸੰਗਤ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਜੇ ਤੁਸੀਂ ਸਾਫ਼ ਗੋ ਆ ਗਏ, ਕੋਈ ਗੱਲ ਨਹੀਂ, ਦਿਖਾਓ। ਤੁਸੀਂ ਸਾਨੂੰ ਦੇ ਦਿਓ, ਤੂੰ ਜੇ ਰੱਖਣਾ ਕੰਪਨੀ ਰੱਖੇਗਾ, ਸਾਨੂੰ ਤੋਂ 7 ਦਿਨ ਆ ਸਕਦੇ, ਅਸੀਂ ਤੇਰੀ 7 ਸਾਲਾਂ ਦੀ ਸਾਰੀ ਚੋਰੀਆਂ ਬਾਹਰ ਕੱਢ ਦਿਆਂਗੇ। ਕਿਹੜਾ ਐਸਾ ਹਿਸਾਬ ਹੋ ਜਿਹੜਾ ਸਾਨੂੰ ਨਹੀਂ ਪਤਾ ਜਾਂ ਸਾਨੂੰ ਨਹੀਂ ਆਉਂਦਾ? ਹਿਸਾਬ ਕਿਤਾਬ ਕਰ ਲਓ, ਸਭ ਆਉਂਦੇ ਨੇ। ਮੈਂ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਹੈ। ਬਾਦਲ ਦਲ ਜਿਹੜਾ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕਾ ਹੈ। ਔਰ ਜਿਸ ਤਰ੍ਹਾਂ ਅੱਜ ਇਹ ਸਾਰਾ ਬਾਦਲ ਦਲ ਤੜਫਦਾ ਪਿਆ ਨਾ, ਸੁਖਬੀਰ ਬਾਦਲ ਜੀ ਗ੍ਰਿਫਤਾਰ ਕਰ ਲੈਣਗੇ, ਗ੍ਰਿਫਤਾਰ ਕਰ ਲੈਣਗੇ। ਆਉਣ ਵਾਲੇ ਸਮੇਂ ਵਿੱਚ ਵੀ ਇਹ ਚੋਰੀਆਂ ਚਕਾਰੀਆਂ ਦੇ ਜੁਰਮਾਂ ਦੇ ਵਿੱਚ ਇਹੀ ਰਿਪੋਰਟਾਂ ਆਉਣਗੀਆਂ ਜੀ, ਸਰਤਾਜ ਗ੍ਰਿਫਤਾਰ ਹੋ ਰਿਹਾ ਜੀ, ਅੱਜ ਗ੍ਰਿਫਤਾਰ ਹੋ ਰਿਹਾ ਜੀ, ਕੱਲ੍ਹ ਕਾ ਅੱਜ ਗ੍ਰਿਫਤਾਰ ਹੋ ਰਿਹਾ ਜੀ। ਇਹ ਤਲਵਾਰਾਂ ਇਹਨਾਂ 'ਤੇ ਲਟਕ ਚੁੱਕੀਆਂ ਹਨ। ਔਰ ਦੁਨੀਆ ਹਿਸਾਬ ਮੰਗੇਗੀ, ਇਹਨਾਂ ਨੂੰ ਜਵਾਬ ਦੇਗੀ, ਇਹਨਾਂ ਨੂੰ ਇਹਦਾ ਭੁਗਤਣਾ ਪਏਗਾ। ਗੁਰੂ ਘਰ ਦੇ ਵਿੱਚ ਜੋ ਚੋਰੀ ਮਾਫ ਨਹੀਂ ਹੈਗੀ। ਕਿਸੇ ਨੇ ਕੋਈ ਹੋਰ ਕੋਈ ਸਵਾਲ ਪੁੱਛਣਾ ਹੋਵੇ ਤੇ ਪੁੱਛ ਲੈ ਜੀ। ਸਨਾ ਜੀ, ਜਿਹੜੀ ਰਿਪੋਰਟ ਦੀ ਗੱਲ ਲੈ ਕੇ ਉਹਨਾਂ ਨੇ ਕੀਤੀ ਹੈ, ਡਿਲਾਈਟ ਰਿਪੋਰਟ ਵਾਲੀ ਜਿਹੜੀ ਹੈਗੀ ਹੈ, ਤੇ ਉਹ ਜਿਹੜੇ ਲੋਕ ਵੀਰਾਂ ਨੇ ਮਿਲ ਕੇ ਕੀਤੀ ਸੀ, ਉਹਨਾਂ ਵੱਲੋਂ ਕੋਈ ਜਵਾਬਦੇਹੀ ਨਹੀਂ ਮੰਗੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਸੋਚਿਆ ਸੀਗਾ? ਦੇਖੋ, ਇਹ ਕੰਪਨੀ ਦਾ ਇੱਕ ਅਸੂਲ ਹੈਗਾ, ਇਹ ਜਿਹੜਾ ਬੰਦਾ ਐਨਗੇਜ ਕਰੇ ਨਾ, ਇਹ ਉਸ ਨੂੰ ਰਿਪੋਰਟ ਦਿੰਦੇ ਨੇ। ਉਹਨਾਂ ਨੇ ਐਨਗੇਜ ਤੇ ਕਰ ਲਿਆ, ਉਹਨਾਂ ਨੇ ਪੈਸੇ ਵੀ ਦਿੱਤੇ ਨੇ ਆਪਣੇ ਕੋਲੋਂ, ਪਰ ਜਿਹੜੀ ਅਥਾਰਟੀ ਹੈਗੀ ਸਬਮਿਸ਼ਨ ਦੀ ਤੇ ਦੇਣ ਦੀ, ਉਹ ਦਿੱਲੀ ਗੁਰਦੁਆਰਾ ਕਮੇਟੀ ਕੋਲ ਲੈ ਗਈ। ਵਰਨਾ ਇਹ ਰਿਪੋਰਟ ਬਾਹਰ ਆ ਜਾਣੀ ਸੀ। ਪਰ ਇਹਦੇ ਵਿੱਚ ਕਈ ਸਿੱਖ ਇਨਵੋਲਵਡ ਹੈਗੇ। ਸਰ ਇਕਬਾਲ ਸਿੰਘ ਆਨੰਦ ਨੇ ਸਾਰਾ ਅਰੇਂਜਮੈਂਟ ਕੀਤਾ ਸੀ। ਰਾਜਵੀਰ ਵੀ ਵਿੱਚ ਸ਼ਾਮਲ ਹੈਗਾ। ਸਰ ਅਵਤਾਰ ਸਿੰਘ ਆਟੋਪੇ ਦਾ ਲੜਕਾ ਜਿਹੜਾ ਉਹ ਵੀ ਸ਼ਾਮਲ ਸੀ। ਵਿਕਰਮਜੀਤ ਸਿੰਘ ਸਾਹਨੀ ਵੀ ਸ਼ਾਮਲ ਸੀ ਵਿੱਚ। ਇਹ ਸਾਰੇ ਸੁਹਿਰਦ ਬੰਦੇ ਸ਼ਾਮਲ ਸਨ। ਇਹਨਾਂ ਨੇ ਪੈਸੇ ਵੀ ਦਿੱਤੇ ਹੋਣੇ ਕੋਲੋਂ, ਇਹਨਾਂ ਨੇ ਪੈਸੇ ਵੀ ਕੋਲੋਂ ਦਿੱਤੇ ਹੋਣੇ, ਕੁਝ ਦਿੱਲੀ ਕਮੇਟੀ ਦਿੱਤੇ ਨੇ, ਕੁਝ ਇਹਨਾਂ ਨੇ ਦਿੱਤੇ ਨੇ। ਪਰ ਐਜ਼ ਪਰ ਲਾ ਉਹ ਜਿਹੜੀ ਸਬਮਿਸ਼ਨ ਆਫ ਰਿਪੋਰਟ ਹੈਗੀ, ਉਹ ਸਿਰਫ ਤੇ ਸਿਰਫ ਜਿਹੜੀ ਹੈਗੀ ਉਹ ਦਿੱਲੀ ਗੁਰਦੁਆਰਾ ਕਮੇਟੀ ਨੂੰ ਜਾ ਸਕਦੀ ਹੈ। ਥੈਂਕ ਯੂ।